ਮਸੀਹ ਔਰ ਮਹਿਦੀ ਇੱਕ ਮੌਜੂਦ ਨਹੀਂ ਸੀ, ਬਲਕਿ ਮਸੀਹ ਹੋਰ ਮੌਜੂਦ ਸੀ, ਮਹਿਦੀ ਹੋਰ ਮੌਜੂਦ ਸਨ। ਉਹ ਮਹਿਦੀ ਨੇ ਜ਼ਿਲੀ ਤੌਰ ਤੇ ਉਹ ਜਿਵੇਂ ਕਹਿੰਦੇ ਨੇ ਮੈਂ ਕभी आदम कभी मूसा कभी याकूब हूँ, ਇਹ ਤੇ ਗੱਲ ਠੀਕ ਹੈ, ਲੇਕਿਨ ਜਿਹੜੀ ਫਿਕਸਡ ਪੇਜ ਕੋਈ ਸੀ ਜਿਹੜੀ ਆਉਣੀ ਸੀ ਉਹ ਮੇਰੇ ਵਜੂਦ ਵਿੱਚ ਮਤਲਬ ਪੂਰੀ ਹੀ ਹੈ। ਉਹਨਾਂ ਦਾ ਦਾਵਾ ਇਸੇ ਤਰ੍ਹਾਂ ਹੀ ਮੁਸਲਿਮ ਮੌਤ ਦੀ ਪੇਜ ਹੋਈ ਜਿਹੜੀ ਹੈ ਉਹ ਚੁੱਕੇ ਆਖਰ ਤੱਕ ਉਹਨਾਂ ਨੂੰ ਇਲਹਾਮ ਹੁੰਦਾ ਰਿਹਾ ਕਿ ਭਾਈ ਅਸੀਂ ਨੂੰ ਇੱਕ ਬੇਟਾ ਦਿਆਂਗੇ, ਔਰ ਇਹ ਗੱਲ ਮਤਲਬ ਨਹੀਂ ਮੰਨੀ ਜਾ ਸਕਦੀ ਕਿ ਬੇਟਾ ਤਾਂ ਪੈਦਾ ਹੋ ਚੁੱਕਿਆ ਹੋਵੇ ਤੇ ਉਹਦੇ ਬਾਅਦ ਵਿੱਚ ਵਿਸ਼ਾਲਤਾ ਹੁੰਦੀ ਹੈ। ਇਹ ਉਹਨਾਂ ਦੀਆਂ ਤਵੀਲਾਤ ਨੇ ਜਾਂ ਉਹਨਾਂ ਦੇ ਬਿਆਨ ਹੈ ਜਿਹੜਾ ਬਾਰ ਬਾਰ ਬਿਆਨ ਕਰਦੇ ਨੇ। ਅੱਛਾ, ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਤੇ ਇਸੇ ਤਰ੍ਹਾਂ ਹੀ ਹੈ ਤੇ ਇੱਕ ਜਨਾਬਾ ਸਾਹਿਬ ਤਵੀਲ ਪੇਸ਼ ਕਰਦੇ ਨੇ, ਇੱਕ ਜਮਾਤ ਅਹਿਮਦੀਆ ਪੇਸ਼ ਕਰਦੀ ਹੈ, ਇੱਕ ਮੁਸਲਮਾਨ ਪੇਸ਼ ਕਰਦੇ ਨੇ। ਸਮਝੇ? ਹੁਣ ਸਵਾਲ ਤੇ ਇਸ ਗੱਲ ਦਾ ਜਿਹੜਾ ਮੈਂ ਬੁਨਿਆਦੀ ਤੁਹਾਡੇ ਕੋਲ ਸਵਾਲ ਪੁੱਛਣਾ, ਕਿਆ ਮੁਹੰਮਦ ਰਸੂਲੁल्लाह सल्लल्लाहु अलैहि वसल्लम ने ਜਦੋਂ ईमान ਦੀ ਤਾਰੀਫ ਕਰ ਦਿੱਤੀ, ਇਸਲਾਮ ਦੀ ਤਾਰੀਫ ਕਰ ਦਿੱਤੀ, ਸਭ ਕੁਝ ਕਰ ਦਿੱਤਾ, ਕਿਆ ਹੁਣੇ ਅਸੀਂ ਇਹ ਮੰਨ ਲਈਏ ਕਿ ਉਹਨਾਂ ਦੀ ਅਥਾਰਟੀ ਹੀ ਅਗਰ ਇੱਕ ਬੰਦਾ ਨਮਾਜ਼ ਪੜ੍ਹਦਾ ਹੈ, ਰੋਜ਼ਾ ਰੱਖਦਾ ਹੈ, ਕੰਮ ਕਰਦਾ ਹੈ, ਕਿਸੇ ਨੂੰ ਬੁਰਾ ਭਲਾ ਨਹੀਂ ਕਰਦਾ, ਮਤਲਬ ਹੈ ਉਹ ਕਹੇ ਮੁਝੇ ਨਾ ਤਕਲੀਫ ਕਰਦਾ ਨਾ ਤਸਦੀਕ ਕਰਦਾ, ਸਮਝ ਵਿੱਚ ਨਹੀਂ ਆਤੀ। क्या वो भी खुदा ताला ने काबिल मुआवजा फिर तोड़े थे मेरा महमूद अहमद साहब दे खलीफा सानी दे कायदे च कोई फर्क नहीं, इको जिहा। मैं तो नहीं मानता ये गल कि जेह्ड़ी जित्थों निडरा साहब पैदा हो सकते हैं, जेह्ड़े कहते हैं कि चश्मा रवान बखम के खुदा ने ये खतरा दे बहरे कमाल मोहम्मद अस्त तो ਉਹ ਜਦੋਂ ਉਹਨੂੰ ਸਮੁੰਦਰ ਕਰਾਰ ਦਿੰਦੇ ਨੇ ਤੇ ਹੁਣ ਇੰਦਾ ਜਿਹੜਾ ਹੈ ਉਹਨਾਂ ਦੀ ਪਿਆਰ ਵਿੱਚ ਕੱਖ ਨਹੀਂ ਲੱਭਦਾ ਜਿੰਨਾ ਚਿਰ ਤੁਸੀਂ ਇਹ ਜਿਹੜੀਆਂ ਮੁਤਸ਼ਾਬਿਹਾਤ ਪੇਸ਼ ਹੋਈਆਂ ਨੇ ਇਹਨਾਂ ਦੇ ਨਾ ਮੰਨੋ, ਔਰ ਮੰਨੋ ਵੀ ਨਹੀਂ ਤਾਂ ਵੀ ਇੱਕ ਮਿੰਟ ਨਹੀਂ ਆਉਂਦੀ ਨਹੀਂ। ਦੇਖੋ ਸਵਾਲ ਤੁਸੀਂ ਸਵਾਲ ਤੇ ਅੱਛਾ ਮੈਨੂੰ ਜੰਬਾ ਸਾਹਿਬ ਦੀਆਂ ਤਵੀਲਾਤ ਮੇਰੇ ਦਿਲ ਨੂੰ ਮੁਤਮਿਨ ਨਹੀਂ ਕਰਦੀਆਂ। ਮੈਂ ਮਤਲਬ ਮੈਂ ਹੁਣ ਸਵਾਲ ਇਹ ਹੈ ਕਿ ਅਗਰ ਤੇ ਮੇਰੇ ਉੱਤੇ ਜੰਬਾ ਸਾਹਿਬ ਦੀਆਂ ਤਵੀਲਾਤ ਦੀ ਤਸਦੀਕ ਖੁੱਲ ਜਾਏ, ਜਿੱਥੋਂ ਤੱਕ ਮੇਰੀ ਇਸਤਦਾਦ ਹੈ, ਮੈਂ ਕੋਈ ਉਹਨਾਂ ਦੀ ਮਦਦ ਖੁਦਾ ਦਾ ਹਸਤਾ ਨਾ ਮੁਖਾਲਫਤ ਕਰਨਾ, ਨਾ ਤਕਲੀਫ ਕਰਨਾ, ਨਾ ਮੈਂ ਉਹਨਾਂ ਦੀ ਤਸਦੀਕ ਕਰਨਾ। ਮੈਂ ਮਤਲਬ ਮੈਂ ਜਿਵੇਂ ਕਿ ਦੱਸਿਆ ਕਿ ਮੁਸਲਿਮ ਬਹੁਤ ਦਾ ਕਲਾਮ ਹੈ, ਮੁਖਤਲਿਫ ਲੋਕਾਂ ਤਜੀਹਾਤ ਕਰਦੀਆਂ ਨੇ, ਜਿਹੜੀ ਤਜੀਹ ਮੈਂ ਕਾਇਮ ਹਾਂ ਜਿੱਥੇ ਮੇਰਾ ਦਿਲ ਮੁਤਮਿਨ ਹੈ ਮੈਂ ਉੱਥੇ ਅਮਲ ਕਰ ਰਿਹਾ। ਸਿੱਧੀ ਗੱਲ ਹੈ। ਅੱਛਾ, ਮੇਰਾ ਮੈਂ ਤੁਹਾਡੇ ਕੋਲ ਇਹ ਪੁੱਛਣਾ ਕਿ ਕਿਆ ਇਹ ਛਾਪਾ ਹੈ ਜਿਹੜੀ ਅਸਲ ਸੁਪਰੀਮ ਕੋਰਟ ਜਿੱਥੇ ਮਤਲਬ ਸਾਨੂੰ ਬਾਰ ਬਾਰ ਕਰਾਰ ਦੇ ਰਹੀ ਹੈ ਕਿ ਮਤਲਬ ਸਾਡੇ ਕੋਲ ਕੋਈ ਨਹੀਂ ਹੈ, ਉਹ ਕਪਾਤੀ ਹੈ ਕਿ ਅਗਰ ਨਊਜ਼ ਬਿਲਾ ਅਸੀਂ ਰਸੂਲੁल्लाह ਦਾ ਸਟੇਟਸ ਖੋ ਕੇ ਕਿਸੇ ਦੂਸਰੇ ਨੂੰ ਦਿੰਦੇ ਹਾਂ ਕਿ ਹੁਣ ਜਦੋਂ ਤੱਕ ਤੁਸੀਂ ਇਹਨੂੰ ਨਹੀਂ ਮੰਨੋਗੇ ਉਹਨਾਂ ਚਿਰ ਤੁਹਾਡੀ ਨਿਜਾਤ ਨਹੀਂ ਹੋਏਗੀ। ਸਮਝੇ ਨੇ? ਤੇ ਇਹ ਤਾਂ ਮਤਲਬ ਇਹ ਹੈ ਕਿ ਰਸੂਲੁल्लाह ਦਾ ਨਾ ਖਤਮ ਨਬੂਵਤ ਰਹੀ, ਨਾ ਉਹਨਾਂ ਦਾ ਸਟੇਟਸ ਆ। ਹੁਣ ਸਟੇਟਸ ਆ ਗਿਆ, ਉਹ ਜਿਹੜਾ ਬਾਅਦ ਵਿੱਚ ਆਣ ਕੇ ਦਾਵਾ ਕਰੇ ਕਿ ਇਹ ਮੁਸਲਿਮ ਮੌਤ ਦੀ ਪੇਸ਼ ਹੋਈ ਹੈ, ਮੈਂ ਮਿਸਵਾਕ ਹਾਂ, ਉਹ ਕਹੇ ਜੀ ਫਲਾਈ ਪੇਸ਼ ਹੋਈ ਹੈ, ਮੈਂ ਮਿਸਵਾਕ ਹਾਂ। ਹੁਣ ਤੁਸੀਂ ਨਾ ਮੰਨੋਗੇ ਮੈਨੂੰ, ਹਾਂ ਤਸ਼ਹੀਰ ਦੀਨ ਦਾ ਜਿੱਥੋਂ ਤੱਕ ਤਾਲੁਕ ਹੈ ਮਤਲਬ ਉਹ ਆਉਂਦੇ ਰਹਿਣ ਔਲੀਆ ਖੁਦ ਤੁਸੀਂ ਮੰਨਦੇ ਹੋ ਕਿ 14 ਸਦੀਆਂ ਵਿੱਚ ਦੀਨ ਵਾਸਤੇ ਲੋਕੀ ਆਉਂਦੇ ਰਹੇ, ਲੇਕਿਨ ਉਹਨਾਂ ਚੋਂ ਕੋਈ ਇਹ ਨਹੀਂ ਸੀ ਮੰਨਦਾ ਕਿ ਜਿਹੜਾ ਮੈਨੂੰ ਨਹੀਂ ਮੰਨਦਾ ਉਹ ਮਤਲਬ ਪਹਿਲੇ ਖੁਦਾਈ ਦਾ ਮੋੜ ਬਣ ਗਿਆ ਜਾਂ ਉਹਦੀ ਕੋਈ ਇਬਾਦਤ ਜਿਹੜੀਆਂ ਨੇ ਉਹ ਜ਼ਾਇਆ ਗਈਆਂ ਨੇ। ਇਹ ਸਿਰਫ ਮਤਲਬ ਹਾਲੇ ਤੱਕ ਮਸੀਹ ਮੌਤ ਨੇ ਵੀ ਇਹ ਦਾਵਾ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਦੋਂ ਮੈਨੂੰ ਕਾਬਲ ਕਿਹਾ क्या जरूर है तभी खुद तुझी काबल हो जाए, मतलब है कि खुदा दे कोल तो तुझी दूर हो गए। तो लेकिन तुझी जम्बा साहब की तेज पोजीशन दसते हो जो कोई सलाह वो एक पेश हुई है मुस्लिम मौत की पेश हुई। क्या मैं मन्ना कि मुस्लिम मौत की पेश हुई जी जुज़े ईमान है कि ਜਦੋਂ तक मुस्लिम मौत की पेश हुई तो ईमान ना दिया जाए कोई शख्स ਜਿਹੜਾ वो मुसलमान नहीं करा सकता या मोहम्मद नहीं करा सकता। मैं तो नहीं मानता। ਠੀਕ ਹੈ। ਅੱਛਾ ਠੀਕ ਹੈ, ਸੁਣ ਲਓ ਇਹਦਾ ਜਵਾਬ। ਤੇ ਜਦੋਂ ਕੁਰਾਨ ਇਹ ਕਹਿੰਦਾ ਹੈਗਾ, ਜਦੋਂ ਮੈਂ ਇੱਥੋਂ ਸ਼ੁਰੂ ਕਰਨਾ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਕਾਮਿਲ ਪੈਰਵੀ ਦੇ ਅੰਦਰ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਅਲੈਹਿਸਲਾਮ ਨੂੰ ਅੱਲਾ ਨੇ ਇਹ ਮਕਾਮ ਬਖਸ਼ਿਆ।
ਉਹ ਫਨਾਫੇ ਰਸੂਲ ਮਤਲਬ ਕਿ ਉਹ ਡੁੱਬ ਗਏ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਇਸ਼ਕ ਦੇ ਅੰਦਰ, ਉਹਦੇ ਬਾਅਦ ਉਹਨਾਂ ਨੂੰ ਮੁਕਾਮ ਮਿਲਿਆ। ਇਹਦਾ ਮਤਲਬ ਮੈਂ ਇਹ ਸਮਝਣਾ ਹੈਗਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜੋ ਤਾਲੀਮ ਸੀ, ਕੁਰਾਨ ਸੀ, ਹਦੀਸ ਸਨ, ਉਹ ਹਦੀਸਾਂ ਜਿਹਦੀ ਕੁਰਾਨ ਤਸਦੀਕ ਕਰਦਾ ਸੀ, ਉਹਦੇ ਮੁਤਾਬਿਕ ਜ਼ਿੰਦਗੀ ਗੁਜ਼ਾਰੀ। ਖੁਦਾ ਤਾਲਾ ਨੇ ਉਹਨਾਂ ਨੂੰ ਚੂਜ਼ ਕਰਕੇ ਉਹਨਾਂ ਨੇ ਮਾਮੂਰ ਮਿਨ ਅੱਲਾ ਬਣਾ ਦਿੱਤਾ, ਔਰ ਉਹ ਉਹਨਾਂ ਨੂੰ ਜੋ ਮੁਕਾਲਮਾ ਮੁਖਾਤਬਾ ਇਲਾਹੀਆ ਮਿਲਿਆ ਉਹ ਰਸੂਲ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਪੈਰਵੀ ਵਿੱਚ ਮਿਲਿਆ, ਇਸ ਲਈ ਕਿ ਉਹਨਾਂ ਨੇ ਕੁਰਾਨ ਦੀ ਸਹੀ ਅਸਲ ਤਾਲੀਮ ਨੂੰ ਅਪਣਾਇਆ ਗਿਆ ਸੀ। ਅੱਛਾ, ਹੁਣ ਸਵਾਲ ਇਹ ਹੈਗਾ ਕਿ ਜੰਬਾ ਸਾਹਿਬ ਦੀ ਦੋ ਤੁਸੀਂ ਕਹਿੰਦੇ ਹੋ ਤਾਵੀਲਾਂ, ਉਹ ਜੰਬਾ ਸਾਹਿਬ ਦੀ ਤਾਵੀਲਾਂ ਨਹੀਂ ਹੈਗੀਆਂ। ਮਿਰਜ਼ਾ ਸਾਹਿਬ ਦੀ ਉਹ ਤਾਵੀਲਾਂ ਨਹੀਂ ਸਨ ਜਿਹਦੀ ਬਿਨਾਂ ਦਿੱਤੇ ਉਹਨਾਂ ਨੂੰ ਖੁਦਾ ਤਾਲਾ ਨੇ ਮੁਕਾਲਮਾ ਮੁਖਾਤਬਾ ਇਲਾਹੀ ਬਖਸ਼ ਦਿੱਤਾ ਹੈਗਾ ਸੀ। ਇਹ ਜਦੋਂ ਇਨਸਾਨ ਖੁਦਾ ਦੀ ਰਾਹ ਵਿੱਚ ਆਪਣੇ ਆਪ ਨੂੰ ਮਿਟਾ ਦਿੰਦਾ ਹੈਗਾ, ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਇਸ਼ਕ ਵਿੱਚ ਤੇ ਆਪਣੇ ਨੂੰ ਕੁਰਬਾਨ ਕਰਦਾ ਹੈ, ਫਿਰ ਉਹਨੂੰ ਅੱਲਾਹ ਤਾਲਾ ਆਪਣਾ ਉਹ ਮਕਾਮ ਦਿੰਦਾ ਹੈਗਾ, ਮੁਕਾਲਮਾ ਮੁਖਾਤਬਾ ਇਲਾਹੀਆ। ਮੇਰੀ ਨਹੀਂ, ਦੇਖੋ ਮੈਂ ਤੇ ਗੱਲ ਕਰ ਰਿਹਾ ਉਸ ਬੰਦੇ ਸੇ, ਮੈਂ ਤੇ ਉਹਦੇ ਤੇ ਗੱਲ ਕਰ ਰਿਹਾ ਜਿਸ ਬੰਦੇ ਨੇ ਦਾਵਾ ਕੀਤਾ ਹੈ ਕਿ ਮੈਨੂੰ ਖੁਦਾ ਤਾਲਾ ਨੇ ਮਾਮੂਰ ਕੀਤਾ ਹੈ। ਮੈਂ ਸਮਝਣਾ ਕਿ ਤੁਸੀਂ ਗਲਤੀ ਕਰ ਰਹੇ ਹੋ, ਗਲਤ ਸਮਝ ਰਹੇ ਹੋ। ਨਬੂਵਤ ਵਾਦੀ ਅਮਲ ਹੈ, ਸਮਝੇ ਜੇ ਅੱਲਾਹ ਜਿਹਨੂੰ ਚਾਹੇ ਦੇਦਾ ਮੁਸਤਹਿਕ ਨੂੰ ਹੈ, ਗੈਰ ਮੁਸਤਹਿਕ ਨੂੰ ਨਹੀਂ ਦੇਤਾ। ਉਹ ਤੇ ਠੀਕ ਹੈ, ਮੈਂ ਵੀ ਤੇ ਇਹ ਗੱਲ ਕਰ ਰਿਹਾ, ਸਵਾਲ ਤੇ ਇਸਕਾ ਮੈਂ ਜਿਹੜੀ ਗੱਲ ਤੇ ਉਹਨਾਂ ਉਧਰ ਤੋਂ ਤੁਸੀਂ ਆਉਂਦੇ ਨਹੀਂ ਨਾ, ਇੱਕ ਮਿੰਟ ਠਹਿਰ ਤੇ ਜਾਓ ਨਾ ਆਗਾ ਸਾਹਿਬ, ਇੱਕ ਮਿੰਟ ਠਹਿਰ ਜਾਓ। ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹ ਰਿਹਾ ਕਿ ਜਿਹਨੂੰ ਤੁਸੀਂ ਜੰਬਾ ਸਾਹਿਬ ਦੀ ਤਾਵੀਲਾ ਕਹਿੰਦੇ ਹੈਗੇ ਹੋ, ਉਹ ਅਸਲ ਤੇ ਕੁਰਾਨ ਦੀ ਤਾਲੀਮ ਹੈਗੀ ਹੈ ਕਿ ਉਹ ਕਹਿੰਦੇ ਹੈਗੇ ਨੇ ਕਿ ਖੁਦਾ ਤਾਲਾ ਜਦੋਂ ਇਲਹਾਮ ਕਰਦਾ ਹੈਗਾ ਔਰ ਜਦੋਂ ਖਬਰ ਦਿੰਦਾ ਕਿਸੇ ਸ਼ਖਸ ਨੂੰ ਆਪਣੇ ਮਾਮੂਰ ਨੂੰ, ਔਰ ਉਸ ਮਾਮੂਰ ਦੀ ਜ਼ਿਕਰ ਹੋ ਰਿਹਾ ਜਿਹਦੇ ਤੇ ਤੁਸੀਂ ਈਮਾਨ ਰੱਖਦੇ ਹੈਗੇ ਹੋ। ਤੁਸੀਂ ਅਗਰ ਮਿਰਜ਼ਾ ਸਾਹਿਬ ਤੇ ਈਮਾਨ ਰੱਖਦੇ ਹੋ ਤੇ ਅੱਲਾਹ ਤਾਲਾ ਉਹਨਾਂ ਨੂੰ ਮੁਕਾਲਮਾ ਮੁਖਾਤਬਾ ਇਲਾਹੀਆ ਦੇ ਰਿਹਾ ਔਰ ਕਹਿ ਰਿਹਾ ਹੈਗਾ ਕਿ ਮੈਂ ਤੈਨੂੰ ਇੱਕ ਆਉਣ ਵਾਲੇ ਦੀ ਖਬਰ ਦੇਣਾ ਹੈਗਾ, ਉਹ ਆਉਣ ਵਾਲਾ ਉਸ ਖਬਰ ਦੇ ਬਾਅਦ ਪੈਦਾ ਹੋਏਗਾ। ਇਹ ਜੰਬਾ ਸਾਹਿਬ ਦੀ ਤਾਵੀਲ ਨਹੀਂ ਹੈਗੀ, ਕੁਰਾਨ ਦੀ ਤਾਲੀਮ ਹੈਗੀ ਹੈ। ਤੁਸੀਂ ਹੁਣ ਕੁਰਾਨ ਦੀ ਉਸ ਤਾਲੀਮ ਨੂੰ ਇਨਕਾਰ ਕਰ ਰਹੇ ਹੋ ਇਸ ਬੇਸ ਤੇ ਕਿ ਜੰਬਾ ਸਾਹਿਬ ਪੇਸ਼ ਕਰ ਰਹੇ ਹੈਗੇ ਨੇ। ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇਹ ਸਮਝਾਤ ਤੇ ਕਰਦਾ ਹੀ ਨਹੀਂ, ਜੋ ਤੁਸੀਂ ਕਹਿ ਰਹੇ ਹੋ। ਕਿਉਂ ਜੰਬਾ ਸਾਹਿਬ ਤੇ ਇਸ ਬੁਨਿਆਦ ਤੇ ਆਪਣੀ ਗੱਲ ਪੇਸ਼ ਕਰ ਰਹੇ ਨੇ ਨਾ ਕਿ ਮੁਸਲਿਮ ਮੌਤ ਦੀ ਪੇਸ਼ਗੋਈ ਜਿਹੜੀ ਹੈ ਉਹਨੂੰ ਤੁਸੀਂ ਜੁਜ਼ੇ ਇਮਾਨ ਠਹਿਰਾ। ਮੈਂ ਕਰਨਾ ਮੈਂ ਉੱਥੇ ਹੀ ਆ ਰਿਹਾ, ਮੈਂ ਤਾਂ ਦੂਜੇ ਸਵਾਲ ਦਾ ਜਵਾਬ ਦੇਣਾ ਕਿ ਮੁਸਲਿਮ ਮੌਤ ਦੀ ਜੋ ਪੇਸ਼ਗੋਈ ਹੈਗੀ ਉਹ ਜੁਜ਼ਵੇ ਈਮਾਨ ਇਸ ਵਜ੍ਹਾ ਨਾਲ ਹੈਗੀ ਹੈ ਕਿ ਕੁਰਾਨ ਕਹਿੰਦਾ ਹੈਗਾ ਫਮਨ ਤਵੱਲਾ ਬਾਦ ਜ਼ਾਲਿਕਾ ਫਉਲਾਇਕਾ ਹੁਮੁਲ ਫਾਸਿਕੂਨ। ਇਹ ਜਦੋਂ ਵੀ ਖੁਦਾ ਦੇ ਲੋਕ ਆਉਂਦੇ ਨੇ ਔਰ ਪੈਗਾਮ ਦਿੰਦੇ ਹੈਗੇ ਨੇ, ਉਹਨਾਂ ਦਾ ਜੋ ਹੈ ਕਿੱਥੇ ਲਿਖਿਆ? ਨਹੀਂ ਮੈਨੂੰ ਇਹ ਦੱਸੋ ਕਿ ਇਹ ਕਿੱਥੇ ਲਿਖਿਆ ਕਿ ਮਨ ਤਾਬਾ ਬਾਦ ਜ਼ਾਲਿਕਾ ਫਉਲਾਇਕਾ ਹੁਮੁਲ ਫਾਸਿਕੂਨ। ਮੁਰਾਦ ਇਹ ਹੈ ਕਿ ਰਸੂਲullah ਦੇ ਬਾਅਦ ਮਸੀਹ ਇੱਕ ਸ਼ਖਸ ਆਏਗਾ ਜਿਹੜਾ ਮਸੀਹ ਮੌਤ ਦਾ ਦਾਵਾ ਕਰੇਗਾ, ਉਹ ਇੱਕ ਪੇਸ਼ਗੋਈ ਕਰੇਗਾ। ਜੇ ਉਹ ਪੇਸ਼ਗੋਈ ਜਿਹੜੀ ਹੈ ਉਹਦੀਆਂ ਤਵੀਰਾਂ 2-3 ਕੀਤੀਆਂ ਜਾਂਦੀਆਂ ਨੇ। ਇੱਕ ਅਜੇ ਤੇ ਜੰਬਾ ਸਾਹਿਬ ਪ੍ਰੋਸੈਸ ਜ਼ਿਆਦਾ ਨਾ, ਜਦੋਂ ਮੈਂ ਤੁਹਾਨੂੰ ਪੁੱਛਣਾ ਕਿ ਅੱਛਾ ਇਹ ਦੱਸੋ ਅਗਰ ਜੰਬਾ ਸਾਹਿਬ ਦੀ ਇਸ ਪੇਸ਼ਗੋਈ ਦੇ ਮਿਸਾਲ ਬਜ਼ਾਹਿਰ ਤੋਂ ਪੇਸ਼ਗੋਈ ਜਿਹੜੀ ਹੈ ਉਹ ਖਲੀਫਾ ਸਾਨੀ ਤੇ ਇਤਵਾਦ ਪਾਉਂਦੀ ਹੈ ਕਿ ਭਾਈ ਉਹਨਾਂ ਦੇ ਦੌਰ ਵਿੱਚ ਮਸੀਹ ਮੌਤ ਦਾ ਮਿਸ਼ਨ ਜਿਹੜਾ ਹੀ ਦੁਨੀਆ ਦਾ ਫੈਲ ਗਿਆ, ਗਾਲਬ ਆ ਗਿਆ, 200 ਮੁਲਕਾਂ ਵਿੱਚ ਹੋ ਗਿਆ, ਇਹਨੇ ਕੁਰਾਨ ਦੇ ਤਰਾਜ਼ਮ ਸ਼ਾਇਰ ਹੋ ਗਏ, ਇਹਨੇ मतलब लाख या ना करोड़ या जो भी है तो उसी पैमाने पे फैल गया। ये सारा जमात मुस्तहकम हो गई। उन्होंने खुदा मनान ने कायम किया, उन्होंने तंजीमां बनाइया, उन्होंने मतलब सब जमात को अस्तर में शिकार दिता। वो लोग जेडे कहते हैं कि 50 साल तो नामो निशान मिट जाएगा, 100 साल नहीं गुजरेगा कि आज मिर्जा साहब की जी है वो 200। हूँ सवाल ये पैदा होता है कि जेडे जमा साहब अगर उस पेशवाई से मिसलाक बनते पे तो ज़ाहिर जिहड़ियां गल्लां ने वो उन्हां ते पूरीआं नहीं होंदियां। एक मिनट रुक जाते, एक मिनट देखो गल है कि आगा साहब गल हैगी है कि तुसी जंबा साहब दी जो दलील सी जो कुरान तो पेश करदे ने, तुसी कुरान नूं मरन नूं तैयार नहीं हैगे, लेकिन वो तमाम नहीं मेरी गल सुन और सुन तो लो ना, मैं गल कर लवां, अपनी गल कर लवां, तुसी गल करना बाद विच। मैं ए समझना
ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਅਲੈਹਿਸਲਾਮ ਦੇ ਜੋ ਇਲਹਾਮ ਸਨ, ਜਿਸ ਬੇਸ ਦੇ ਉੱਤੇ ਤੁਸੀਂ ਉਹਨੂੰ ਨਬੀ ਸੱਚਾ ਮੰਨਦੇ ਹੈਗੇ ਹੋ ਮਿਰਜ਼ਾ ਸਾਹਿਬ ਨੂੰ, ਕਿਉਂਕਿ ਉਹਨਾਂ ਉੱਤੇ ਮਕਾਲਮਾ ਮੁਖਾਤਬਾ ਇਲਾਹੀ ਹੋਇਆ ਸੀ। ਤੁਸੀਂ ਮੇਰੇ ਨਾਲ ਪਹਿਲੇ ਗੱਲ ਕੀਤੀ ਹੈਗੀ ਸੀ ਔਰ ਤੁਸੀਂ ਦੱਸਿਆ ਸੀ ਕਿ ਮੈਂ ਮਿਰਜ਼ਾ ਸਾਹਿਬ ਨੂੰ ਕਿਉਂ ਮੰਨਣਾ ਸੱਚਾ, ਕਿਉਂਕਿ ਉਹ ਕਹਿੰਦੇ ਨੇ ਕਿ ਮੈਨੂੰ ਮਕਾਲਮਾ ਮੁਖਾਤਬਾ ਇਲਾਹੀ ਹੋਈ ਹੈ। ਉਸ ਬੇਸ ਤੇ ਉਹਨਾਂ ਨੂੰ ਨਬੀ ਕਿਹਾ ਗਿਆ ਜਾਂ ਬਲੀ ਕਿਹਾ ਗਿਆ, ਮੁਹੱਦਸ ਕਿਹਾ ਗਿਆ। ਅੱਛਾ ਸੁਣ ਤੇ ਲੋ ਨਾ ਗੱਲ, ਮੈਂ ਕਹਿ ਰਿਹਾ ਅੱਛਾ ਹੁਣ ਉਹ ਜੋ ਮਕਾਲਮਾ ਇੱਕ ਮਿਰਜ਼ਾ ਸਾਹਿਬ ਦਾ ਜਿਹੜਾ ਮੁਕਾਲਮਾ ਮੁਹਾਦਬਾ ਇਲਾਹੀਆ ਸੀ, ਜਿਵੇਂ ਸੀ ਮੁਬਸ਼ਾ, ਉਹ ਤੇ ਵਾਕਿਆਤ ਨੇ ਉਹਦੀ ਤਸਦੀਕ ਕਰ ਦਿੱਤੀ ਕਿ ਉਹਨਾਂ ਦੇ ਇਲਹਾਮਾਤ ਸੱਚੇ ਸਨ, ਉਹਨਾਂ ਨੇ ਪੇਸ਼ਗੋਈਆਂ ਕੀਤੀਆਂ। ਨਹੀਂ ਤੁਸੀਂ ਮਿਰਜ਼ਾ ਸਾਹਿਬ ਦੇ ਇਲਹਾਮਾਤ ਦੀ ਤੁਸੀਂ ਮੈਂ ਗੱਲ ਕਰ ਰਿਹਾ ਇੱਕ ਗੱਲ ਤੁਹਾਡੇ ਨਾਲ ਆਗਾ ਸਾਹਿਬ ਕਿ ਮਿਰਜ਼ਾ ਸਾਹਿਬ ਦੇ ਮੁਕਾਲਮਾ ਮੁਖਾਤਬਾ ਇਲਾਹੀਆ ਵਿੱਚ ਸਭ ਤੋਂ ਵੱਡਾ ਮੁਕਾਲਮਾ ਮੁਖਾਤਬਾ ਇਲਾਹੀਆ 20 ਫਰਵਰੀ 1886 ਦੀ ਪੇਸ਼ਗੋਈ ਸੀ ਔਰ ਉਹਨਾਂ ਦੀ ਸਦਾਕਤ ਉੱਤੇ ਮੋਹਰ ਸੀ, ਜਿਹਦੇ ਤੇ ਤੁਸੀਂ ਅੱਜ ਇਨਕਾਰ ਕਰ ਰਹੇ ਹੈਗੇ ਹੋ। ਨਹੀਂ ਪੂਰੀ ਹੋਈ ਨਾ ਪੂਰੀ, ਉਹ ਤਾਂ ਪੇਸ਼ੀ ਕਰੀ ਨਹੀਂ ਪੂਰੀ ਹੋਈ। ਤੁਸੀਂ ਹੁਣ ਜਿਸ ਬੁਨਿਆਦ ਤੇ ਖਲੀਫਾ ਸਾਨੀ ਨੂੰ ਸੱਚਾ ਸਾਬਤ ਕਰਨਾ ਚਾਹ ਰਹੇ ਹੋ, ਕੁਰਾਨ ਦੀ ਇਸ ਮੋਹਰ ਨੂੰ ਖਤਮ ਕਰ ਰਹੇ ਹੋ ਜੋ ਇਲਹਾਮ ਖੁਦਾ ਨੇ ਅੱਲਾਹ ਤਾਲਾ ਨੇ ਉਹ ਮਿਰਜ਼ਾ ਸਾਹਿਬ ਨੂੰ ਬਖਸ਼ਿਆ ਹੈਗਾ ਸੀ ਕਿ ਮੈਂ ਤੈਨੂੰ ਇੱਕ ਖਬਰ ਦੇ ਰਿਹਾ ਕਿ ਹਜੇ ਉਸ ਸ਼ਖਸ ਨੇ ਪੈਦਾ ਹੋਣਾ ਹੈਗਾ ਔਰ ਖਲੀਫਾ ਸਾਨੀ ਸਾਹਿਬ ਮੌਜੂਦ ਸਨ ਉਸ ਵਕਤ, ਤੇ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਮਾਊਦ ਵਜੂਦ ਦਾ ਇਨਕਾਰ ਕਰ ਸਕਦੇ ਹੈਗੇ ਹੋ? ਇਹ ਜਿਹੜਾ ਮਜ਼ਦੂਰ ਹੋ ਗੈਰ ਮਜ਼ਦੂਰ ਦਾ ਮਸਲਾ ਹੈ, ਇਹ ਤੇ ਆਪਣੀ ਜਗ੍ਹਾ ਤੇ ਤੇ ਫਿਰ ਅੱਗੇ ਕਾਫੀ ਚਲਾ ਜਾ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਜਿਹੜਾ ਮੈਂ ਤੁਹਾਨੂੰ ਕਹਿਣਾ ਕਿ ਇੱਕ ਸ਼ਖਸ ਜਿਹੜਾ ਮਤਲਬ ਮੁਦਈ ਹੈ ਕਿ ਮੈਂ ਉਹਨਾਂ ਦੀ ਮਤਲਬ ਜੇ ਹੁਣ ਕਹਿੰਦੇ ਨੇ ਜੋ ਝੂਠੀ ਕਸਮ ਦੇ ਨਤੀਜੇ ਚ ਪਕੜਾ ਗਿਆ, ਉਹ ਪਕੜਾ ਦੇ ਗਿਆ, ਤੁਸੀਂ ਕਹਿੰਦੇ ਪਕੜਾ ਗਿਆ, ਮਤਲਬ ਜਿਸਮਾਨੀ ਤੌਰ ਤੇ ਉਹ ਮਜ਼ਦੂਰ ਹੋਇਆ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਪੇਸ਼ਗੋਈ ਦੇ ਮੁੰਦਰਜਾਤ ਨੇ ਜਿਹੜੀ ਐਪਰੈਂਟਲੀ ਹੈ ਉਹ ਤਾਂ ਸਾਰੀ ਮਿਰਜ਼ਾ ਸਾਹਿਬ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਅਹਿਮਦ ਦੇ ਕੰਮਾਂ ਤੇ ਉੱਤੇ ਇਤਫਾਕ ਪਾਉਂਦੀ ਹੈ। ਨਹੀਂ ਕਰਦੀ ਨਾ, ਨਹੀਂ ਕਰਦੀ। ਮੈਂ ਤੁਹਾਨੂੰ ਦੱਸਦਾ ਜਵਾਬ ਮੈਨੂੰ ਗੱਲ ਤੇ ਕਰ ਦਿਓ ਨਾ। ਜੰਮਾ ਸਾਹਿਬ ਦਾ ਤਾਲੁਕ ਹੈ, ਜੰਮਾ ਸਾਹਿਬ ਨੂੰ ਤੁਸੀਂ ਕਹਿੰਦੇ ਜੀ 20 ਸਾਲ ਹੋ ਗਏ ਨੇ ਉਹਨਾਂ ਨੂੰ, ਮਤਲਬ ਉਹ ਮੁਤਹੀਦ 20 ਸਾਲ ਤੋਂ ਕਹਿੰਦੇ ਨੇ ਕਿ 28 ਮੈਂ ਬਹੁਤ ਹੋ ਜਾਣਾ। ਉਹਨਾਂ ਦੀ ਆਪਣੀ ਉਹ ਜਿਹੜੀ ਹੈ ਪੇਸ਼ਗੋਈ ਮੈਨੂੰ ਖੁਦਾ ਨੇ ਦੱਸਿਆ 28। ਸਵਾਲ ਹੈ ਪਹਿਲੀ ਗੱਲ ਤੇ ਹੈ ਕਿ ਕਿੰਨੇ ਇਲਹਾਮਾਤ ਨੇ ਜਿਹੜੇ ਉਹਨਾਂ ਨੂੰ ਇਹਨੇ ਸਵਾਏ ਸੇ ਕੋ ਕਹਿੰਦੇ ਨੇ ਕਿ ਮੈਂ ਇੱਕ ਸਜਦੇ ਵਿੱਚ ਗਿਆ ਤੇ ਉੱਥੇ ਮੈਨੂੰ ਇਤਰਾਕ ਹੋਇਆ ਕਿ ਤੂੰ ਮਤਲਬ ਮੇਰਾ ਮਹਿਬੂਬ ਬੰਦਾ ਔਰ ਤੂੰ ਮੇਰਾ ਮਹਿਬੂਬ ਹੈ, ਜੋ ਵੀ ਹੈ ਉਹ ਸਜਦਾ ਜਿਹੜਾ ਉਹ ਹੈ। ਉਹਦੇ ਬਾਰੇ ਜਦੋਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਅੱਛਾ ਤੁਸੀਂ ਦੱਸੋਗੇ ਇਲਹਾਮਾਤ, ਤੇ ਅੱਗੇ ਉਹ ਫਿਰ ਸੱਚੀ ਆ ਜਾਂਦੇ ਨੇ ਕਿ ਮਤਲਬ ਤੁਸੀਂ ਮਤਲਬ ਜੋ ਵੀ ਹੈ ਜੇ ਉਹਨਾਂ ਦੀਆਂ ਕੋਈ ਕਿਤਾਬਾਂ ਹੈ ਨੇ ਜਿਹਨੇ ਆਪਣੇ ਇਲਹਾਮਾਤ ਦਰਜ ਕੀਤੇ ਨੇ ਉਹ ਪੂਰੇ ਹੋ ਗਏ ਨੇ। ਮਤਲਬ ਹੁਣ ਮੈਂ ਜੇ ਤੁਹਾਨੂੰ ਇਹ ਕਹਾਂ ਕਿ ਜੀ ਉਹ ਕਹਿੰਦੇ ਹਨ ਕਿ ਮੈਨੂੰ ਇੱਕ ਦਿਨ ਨਾਲ ਬੁੱਢਿਆਂ ਨੂੰ ਜਿੰਨੇ ਅਹਿਮਦ ਦਾ ਮੁਲਮ ਬਣੇ ਉਹਨਾਂ ਨੂੰ ਕੁੜੀਆਂ ਦਾ ਬੜਾ ਸ਼ੌਕ ਹੈ ਕਿ ਮੇਰੀ ਸ਼ਾਦੀ ਤੁਹਾਡੇ ਨਾਲ ਹੋ ਜਾਏਗੀ, ਤੁਹਾਡੇ ਨਾਲ। ਹੁਣ ਇਹਨਾਂ ਨੇ ਬੜਾ ਜ਼ੋਰ ਮਾਰਿਆ ਕਿ ਉਹਨੇ ਤਾਂ ਜਿਹੜਾ ਮੇਰਾ ਤਾਂ ਹੈ ਕੁੜੀ ਨਾਲ ਮੇਰੀ ਸ਼ਾਦੀ ਹੋ ਜਾਏਗੀ, ਉਹ ਬੇਵਾ ਹੋ ਜਾਏਗੀ, ਮੇਰੇ ਕੋਲ ਆ ਜਾਏਗੀ। ਹੁਣ ਜਦੋਂ ਇਹ ਕਹਿੰਦੇ ਆ ਤੇ ਤੁਸੀਂ ਕੋਈ ਜੀ ਨਸੀਬ ਆਉਂਦਾ ਵੀ ਤਾਂ ਮੰਦੀ ਦੇ ਪੇਸ਼ਗੋਈ ਕੀਤੀ ਨਾ, ਫਿਰ ਤੁਸੀਂ ਇਤਰਾ ਦਿਓਗੇ। ਇਹ ਮੁਤਸ਼ਾਬਿਹਾਤ ਨੇ ਜਿਹਨਾਂ ਨੂੰ ਮੈਂ ਕਹਿੰਦਾ ਮੁਤਸ਼ਾਬਿਹਾਤ, ਉਹ ਇਹ ਹੀ ਨੇ ਜਿਹਨਾਂ ਤੁਸੀਂ ਸਵਾਲ ਇਹ ਹੈ ਕਿ ਜੰਬਾ ਸਾਹਿਬ ਦਾ ਇੰਨਾ ਅਜ਼ੀਮ ਸ਼ਾਨ ਤੁਸੀਂ ਦਿੰਦੇ ਹੋ ਕਿ ਦੁਨੀਆ ਦੀ ਇਸਲਾਮ ਵਾਸਤੇ ਖੜੇ ਹੋ ਗਿਆ, ਕੋਮਾਲ ਤੋਂ ਬਲਕੋ ਪਾਣ ਦਿਆ ਇਹ ਹੋਏਗਾ ਉਹ ਹੋਏਗਾ। ਸਵਾਲ ਹੁਣ ਤੱਕ ਉਹਨਾਂ ਦੀ ਕਾਮਯਾਬੀ ਕਿੰਨੀ ਹੈ? ਮਤਲਬ ਮੈਂ ਜਦੋਂ ਤੁਹਾਨੂੰ ਪੁੱਛਦਾ ਤੇ ਕਹਿੰਦੇ ਬੜੇ ਕਦੇ ਤੁਹਾਨੂੰ ਨਹੀਂ ਦੱਸਿਆ ਕਿ ਮਤਲਬ ਉਹਨੇ ਇਤਦਾ ਦੇਦੀ ਹੈ ਮੰਨਣ ਵਾਲੇ। ਲੇਕਿਨ ਬਾਵਜੂਦ ਇਸ ਸਭ ਕੁਛ ਬਾਵਜੂਦ ਮੈਂ ਕਹਿੰਦਾ ਕਿ ਮੇਰੇ ਤੋਂ ਉਹਨਾਂ ਦੀ ਸਦਾਕਤ ਨਹੀਂ ਖੁੱਲਦੀ, ਬਲਕਿ ਮੇਰਾ ਨੁਕਤਾ ਨਜ਼ਰ ਇਹ ਹੈ ਕਿ ਇਹ ਲੋਕੀ ਉਸ ਤਰ੍ਹਾਂ ਨਹੀਂ ਨੇ ਜਿਸ ਤਰ੍ਹਾਂ ਦੇ ਮਤਲਬ ਹੈ ਇਲਹਾਮਾਤ ਤੋਂ ਇੱਕ ਸ਼ਖਸ ਆਪਣੇ ਵਜੂਦ ਵਿੱਚ ਹੁੰਦਾ, ਉਹ ਬਹਰਾਲ ਉਹਨਾਂ ਨੂੰ ਨੇਕ ਵੀ ਹੋਏਗਾ, ਬਾਤ ਵੀ ਹੋਏਗਾ, ਉਹਨਾਂ ਨੂੰ ਇਦਰਾਕ ਵੀ ਹੋਏਗਾ ਕਿ ਮੈਂ ਸੱਚਾ। ਲੇਕਿਨ ਦਰਅਸਲ ਗਲਤੀ ਖੁਦਾ ਨੇ ਸਮਝੇ ਤੇ, ਲੇਕਿਨ ਮੈਂ ਤੇ ਇਹਦੇ ਆਪਣੀ ਜ਼ਬਾਨ ਤੋਂ ਨਿਕਾਲਦਾ। ਅੱਛਾ ਆਗਾ ਸਾਹਿਬ ਠੀਕ ਹੈ, ਸੁਣ ਲਓ ਦੋ ਚਾਰ ਗੱਲਾਂ। ਅੱਛਾ ਨਹੀਂ ਠੀਕ ਹੈ, ਮੈਂ ਸੁਣ ਲਈ ਹੈ। ਮੈਂ ਸੌਰੀ ਕਦਾ ਕਲਾਮੀ ਮਾਫ, ਤੁਸੀਂ ਦੋ ਚਾਰ ਗੱਲਾਂ ਕੀਤੀਆਂ, ਮੈਂ ਚਾਹ ਰਿਹਾ ਤੇ ਮੈਂ ਤੁਹਾਡਾ ਤਬਸਰਾ ਕਰ ਲਵਾਂ। ਦੇਖੋ ਨਹੀਂ ਤੁਸੀਂ ਗਲਤ ਹੀ ਕੀਤਾ। ਮੈਂ ਚਾਹ ਰਿਹਾ ਕਿ ਦੋ ਚਾਰ ਤੁਸੀਂ ਗੱਲਾਂ ਕੀਤੀਆਂ ਨੇ ਔਰ ਤੁਸੀਂ ਆਪਣੀ ਤਵੀਲਾਂ ਜੋ ਕੀਤੀਆਂ ਨੇ ਜਾਂ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਸਾਹਿਬ ਨੂੰ ਸੱਚਾ ਸਾਬਿਤ ਕਰਨ ਵਾਸਤੇ ਉਹਨਾਂ ਦੇ ਕਾਰਨਾਮੇ, ਉਹ ਇੱਕ ਮਿੰਟ ਸੁਣ ਤੋਂ ਲਓ ਮੇਰੀ ਗੱਲ।
ਮੈਂ ਕਹਿ ਰਿਹਾ ਕਿ ਤੁਸੀਂ ਮਿਰਜ਼ਾ ਬਸ਼ੀਰੁਦੀਨ ਸਾਹਿਬ ਦੀ ਉਸ ਕਾਰਨਾਮੇ ਦੀ ਬਿਨਾ ਤੇ ਉਹਨੂੰ ਮੁਸਲਿਮ ਮੌਤ ਬਣਾਉਣਾ ਚਾਹ ਰਹੇ ਹੋ, ਲੇਕਿਨ ਜਿਸ ਨਬੀ ਨੂੰ ਸੱਚਾ ਮੰਨਦੇ ਹੋ ਔਰ ਉਹਦੇ ਤੇ ਜੋ ਇਲਹਾਮ ਹੋਇਆ ਔਰ ਜੋ ਉਹਦੇ ਤੇ ਮੁਕਾਲਮਾ ਮੁਖਾਤਬਾ ਲਾਇਆ, ਉਹਨੂੰ ਤੁਸੀਂ ਨਾਉਜ਼ ਬਿਲਾ ਝੂਠਾ ਕਰਕੇ ਜਾਂ ਉਹਨਾਂ ਦੀ ਇੱਕ ਮਿੰਟ ਮੈਂ ਗੱਲ ਕਰ ਲਵਾਂ, ਮੇਰੀ ਗੱਲ ਸੁਣ ਲਓ 2 ਮਿੰਟ, ਤੁਸੀਂ ਸੁਣ ਲਓ ਨਾ 2 ਮਿੰਟ ਗੱਲ ਸੁਣ ਲਓ। ਤੁਸੀਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਨੂੰ ਤੁਸੀਂ ਮੰਨਦੇ ਹੋ ਸੱਚਾ, ਔਰ ਤੁਸੀਂ ਮੈਨੂੰ ਗੱਲ ਕਹੀ ਹੈ ਕਿ ਮੈਂ ਉਹਨਾਂ ਦਾ ਮੁਕਾਲਮਾ ਮੁਖਾਤਬਾ ਲਾਹੀਆ ਖੁਦਾ ਨੇ ਜੋ ਭੇਜਿਆ ਗਿਆ ਉਸ ਬਿਨਾਂ ਤੇ ਉਹਨਾਂ ਨੂੰ ਵਲੀ ਔਰ ਉਹਨੂੰ ਮੈਂ ਨਬੀ ਮੰਨਣਾ ਹੈਗਾ, ਲੇਕਿਨ ਉਸ ਮੁਕਾਲਮਾ ਮੁਖਾਤਬਾ ਇਲਾਹੀਆ ਜੋ ਹੋਇਆ ਉਹਨੂੰ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ। ਉਹਨੂੰ ਤੁਸੀਂ ਕਹਿੰਦੇ ਹੋ ਕਿ ਨਾਉਜ਼ ਬਿਲਾ ਉਸ ਬਿਨਾ ਦੇ ਉੱਤੇ, ਉਸ ਇਲਹਾਮ ਦੀ ਬਿਨਾ ਦੇ ਉੱਤੇ, ਖੁਦਾ ਦੀ ਖਬਰ ਦੀ ਵਜ੍ਹਾ ਨਾਲ ਕਿ ਮੈਂ ਤੈਨੂੰ ਇੱਕ ਜੱਕੀ ਗੁਲਾਮ ਦੀ ਖਬਰ ਦੇਣਾ, ਉਦੋਂ ਮੁਸਲਿਮ ਮੌਤ ਤੇ ਪੈਦਾ ਨਹੀਂ ਉਦੋਂ ਹੋਇਆ। ਇਹਦੀ ਹਾਲਤ ਇਹ ਹੈ ਕਿ ਇੱਕ ਮਿਰਜ਼ਾ ਸਾਹਿਬ ਨੂੰ ਕੋਈ ਪੇਸ਼ ਕੋਈ ਹੋਈ ਸੀ। ਉਹ ਨਹੀਂ, ਮੇਰੀ ਗੱਲ ਸੁਣ ਲਓ ਇੱਕ ਮਿੰਟ ਆਗਾ ਸਾਹਿਬ, ਤੁਸੀਂ 2 ਮਿੰਟ ਦਿਓ ਖਾਲਿਸ ਪਾਸੇ, ਮੈਂ ਸਿਰਫ ਤੁਹਾਨੂੰ ਚਾਹ ਰਿਹਾ 2 ਮਿੰਟ ਦਿਓ ਖਾਲਿਸ ਪਾਸੇ, ਮੈਂ ਗੱਲ ਕਰ ਲਵਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਤੁਸੀਂ ਜਿਸ ਕਾਰਨਾਮੇ ਦੀ ਬਿਨਾ ਦੇ ਉੱਤੇ ਮਿਰਜ਼ਾ ਬਸ਼ੀਰੁਦੀਨ ਸਾਹਿਬ ਨੂੰ ਸੱਚਾ ਸਾਬਿਤ ਕਰਨਾ ਚਾਹ ਰਹੇ ਹੋ, ਲੇਕਿਨ ਖੁਦਾ ਦੇ ਉਸ ਇਲਹਾਮ ਨੂੰ ਇਨਕਾਰ ਕਰ ਰਹੇ ਹੈਗੇ ਹੋ ਜੋ ਮਿਰਜ਼ਾ ਸਾਹਿਬ ਦੇ ਉੱਤੇ ਨਾਜ਼ਲ ਹੋਇਆ ਸੀ। ਤੁਸੀਂ ਉਸ ਖੁਦਾ ਦੀ ਇਨਕਾਰ ਕਰ ਰਹੇ ਹੋ, ਉਸ ਇਲਹਾਮ ਦਾ, ਉਸ ਖਬਰ ਦਾ ਜੋ ਖੁਦਾ ਕਹਿ ਰਿਹਾ ਹੈਗਾ ਸੀ ਕਿ ਮੈਂ ਮਿਰਜ਼ਾ ਸਾਹਿਬ ਤੈਨੂੰ ਇੱਕ ਜ਼ਕੀ ਗੁਲਾਮ ਦੀ ਖਬਰ ਦੇਣਾ, ਇਹ ਤੇਰਾ ਬੇਟਾ ਮਿਰਜ਼ਾ ਬਸ਼ੀਰੁਦੀਨ ਮੁਸਲਿਮ ਮੌਤ ਨਹੀਂ ਹੈਗਾ, ਉਹਨੇ ਇਸ ਇਲਹਾਮ ਦੇ ਬਾਅਦ ਪੈਦਾ ਹੋਣਾ ਹੈਗਾ। ਤੁਸੀਂ ਖੁਦਾ ਦਾ ਉਸ ਚੀਜ਼ ਦਾ ਇਨਕਾਰ ਕਰ ਰਹੇ ਹੈਗੇ ਹੋ। ਅੱਛਾ, ਹੁਣ ਮੈਂ ਗੱਲ ਕਰਨਾ ਕਿ ਉਹਨੇ ਕਾਰਨਾਮੇ ਕੀ ਕੀਤੇ ਨੇ। ਉਹਦੇ ਕਾਰਨਾਮੇ ਵਿੱਚ ਇਹ ਸੀ ਕਿ ਉਹ सख्त ज़हीन फ़हीम होएगा, अलूम ज़ाहिरी व बातिनी से पूर किया जाएगा। वो ऐसे अलूम जो साड़ी निगाहों तो दूर होंगे। जंबा साहब ਨੂੰ ਜੋ ਸਜਦੇ ਉੱਤੇ ਅੱਲਾਹ ਤਾਲਾ ਨੇ ਇਲਮ ਬਖਸ਼ੇ, ਜੋ ਤੁਸੀਂ ਕਹਿੰਦੇ ਹੋ ਕਿ ਜਦੋਂ ਸਜਦੇ ਦੇਗੇ ਮੈਂ ਉਹ ਅਬਦੁਲ ਗਫਾਰ ਨਹੀਂ ਰਿਹਾਗਾ, ਉਹ ਅਬਦੁਲ ਗਫਾਰ ਇਸ ਲਈ ਨਹੀਂ ਰਿਹਾਗਾ ਕਿ ਅੱਲਾਹ ਤਾਲਾ ਨੇ ਐਸਾ ਇਲਮ ਦਿੱਤਾ ਜੋ ਨੇਕੀ ਖੁਦਾ ਹੈ ਲਾਹੀ ਨਜ਼ਰੀਆ ਜੋ ਪੇਸ਼ ਕੀਤਾ ਕਿ ਤੁਸੀਂ ਆਪਣੀ ਅੱਖਾਂ ਦੇ ਨਾਲ ਆਪਣੇ ਖੁਦਾ ਤਾਲਾ ਨੂੰ ਰੂਹਾਨੀ ਤੌਰ ਤੇ ਦੇਖ ਸਕਦੇ ਹੈਗੇ ਹੋ। ਉਹ ਕੀ ਹੈਗਾ ਨਜ਼ਰੀਆ? ਉਹ नेकी खुदा है कि आला इंतहाई मगीर नजरिया है जो उलूम बख्शे गए। लेकिन जो रहा जमात की तरक्की का हिसाब सुन लो गल, जो रही जमात की तरक्की का जो कारनामा है और रसूल अल्लाह सल्लल्लाहु अलैहि वसल्लम की सदाकत का निशान है कि देखो कि इस्लाम किन्ना तरक्की कर गया दुनिया के अंदर रसूल के बाद। ਇਹਦਾ ਮਤਲਬ ਇਹ ਹੋ ਗਿਆ ਕਿ ਸਾਰਾ ਕ੍ਰੈਡਿਟ ਤੁਸੀਂ ਯਜ਼ੀਦ ਨੂੰ ਦੋਗੇ ਕਿ ਉਹਦੇ ਬਾਅਦ ਉਹਨੇ ਜੋ ਕਾਰਨਾਮੇ ਕੀਤੇ, ਜੋ ਉਹਨੇ ਅੱਛੇ ਕੰਮ ਕੀਤੇ ਤੇ ਉਹ ਮੈਂ ਇਸ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਦੀ ਵਫਾਤ ਦੇ ਬਾਅਦ ਇਸਲਾਮ ਕਿੰਨਾ ਫੈਲ ਗਿਆ ਹੈਗਾ ਸੀ। ਠੀਕ ਹੈ, ਤੁਸੀਂ ਦਾ ਸਾਰਾ ਕ੍ਰੈਡਿਟ ਜੋ ਹੈਗਾ ਉਹ ਮੈਂ ਤੁਹਾਨੂੰ ਦੁਨੀਆਦਾਰੀ ਕਰਨਾ, ਮੈਂ ਤੇ ਇਹ ਵੀ ਕਹਿ ਰਿਹਾ ਤੁਹਾਨੂੰ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ अलैहिस्सलाम ਦਾ ਪੈਗਾਮ ਜੋ ਸੀ ਉਹ ਦੁਨੀਆ ਤੱਕ ਪਹੁੰਚਣਾ ਸੀ ਕਿ ਖੁਦਾ ਦੇ ਰਸੂਲ ਸਨ ਔਰ ਖੁਦਾ ਦੇ ਸੱਚੇ ਨਬੀ ਸਨ, ਉਹਨਾਂ ਦਾ ਪੈਗਾਮ ਪਹੁੰਚਿਆ ਗਿਆ ਸੀ। ਹੁਣ ਦੂਸਰੀ ਗੱਲ ਇਹ ਆਂਦੀ ਹੈਗੀ ਕਿ ਦੇਖੋ ਕਿੰਨੇ ਪਹੁੰਚਾਇਆ ਹੈਗਾ। ਉਹ ਭਾਈ ਮਿਰਜ਼ਾ ਸਾਹਿਬ ਦੇ ਉੱਤੇ ਜੋ ਲੋਕ ਈਮਾਨ ਰੱਖਦੇ ਸਨ। ਅੱਛਾ, ਇੱਕ ਮਿੰਟ ਠਹਿਰ ਜਾਓ। ਉਹਨਾਂ ਨੇ ਦਾਵਾ ਕੀਤਾ 1944 ਤੇ ਆ ਕੇ ਗਲਤ, ਠੀਕ ਹੈ। ਉਸ ਤੋਂ ਪਹਿਲੇ ਮੈਂ ਤੇ ਮੰਨਣਾ ਬਈ ਕਿ ਉਹਨਾਂ ਨੇ ਜੋ ਕੰਮ ਕੀਤਾ, ਮਿਰਜ਼ਾ ਸਾਹਿਬ ਦੀ ਜੋ ਤਾਲੀਮ ਸੀ, ਉਹਨਾਂ ਦੀ ਨਬੂਤ ਦਾ ਉਹਨਾਂ ਨੇ ਇਨਕਾਰ ਨਹੀਂ ਕੀਤਾ, ਲਾਹੌਰੀਆਂ ਨੇ ਲਾਹੌਰ ਨਬੂਤ ਦਾ ਇਨਕਾਰ ਕੀਤਾ ਹੈਗਾ ਸੀ, ਤੇ ਲਿਹਾਜ਼ਾ ਮਿਰਜ਼ਾ ਸਾਹਿਬ ਦੇ ਮਿਸ਼ਨ ਨੇ ਚੱਲਣਾ ਸੀ ਅੱਗੇ ਜਾ ਕੇ ਜੋ ਵੀ ਹੈਗਾ। ਉਹ ਹੁਣ ਖਲੀਫਾ ਸਾਨੀ ਸਾਹਿਬ ਨੂੰ ਅੱਲਾਹ ਤਾਲਾ ਨੇ ਮਸੀਲੇ ਬਸ਼ੀਰ ਅਵਲ ਠਹਿਰਾਇਆ ਸੀ ਔਰ ਉਹਨੂੰ ਬਹਿਰਲ ਕੁਆਲਿਟੀ ਦਿੱਤੀਆਂ ਸਨ। ਉਹਨਾਂ ਨੇ ਦਾਵਾ ਗਲਤ ਜਦੋਂ ਕਰ ਦਿੱਤਾ ਅੱਗੇ ਉਹਦੀ ਦੁਰਸਤਗੀ ਜ਼ਰੂਰੀ ਹੈਗੀ ਹੈ। ਇਹ ਬਹਿਸ ਨਹੀਂ ਹੈਗੀ ਕਿ ਇਸਲਾਮ ਅਹਿਮਦੀਅਤ ਦੀ ਜੋ ਤਾਰੀ ਤਰੱਕੀ ਹੈਗੀ ਹੈ ਉਹ ਨਾਉਜ਼ ਬਿਲਾ ਮਿਰਜ਼ਾ ਸਾਹਿਬ ਦੀ ਤਰੱਕੀ ਨਹੀਂ ਹੈਗੀ। ਜਦੋਂ ਮੈਂ ਕੰਪੈਰੀਜ਼ਨ ਕਰਦਾ ਮੈਂ ਤੇ ਕੋਈ ਡੈਫੀਨਿਟ ਕਰ ਹੀ ਨਹੀਂ ਰਿਹਾ ਕਿ ਇਹ ਨਹੀਂ ਚਾਹੇ। ਮੈਂ ਜਿਹੜਾ ਤੁਹਾਨੂੰ ਕਹਿ ਰਿਹਾ ਕਿ ਅਗਰ ਮਤਲਬ ਕਿਹੜੀ ਬੁਨਿਆਦ ਹੈ ਤੁਹਾਡੇ ਕੋਲ ਸਿਰਫ ਇੱਕ ਬੁਨਿਆਦ ਹੈ ਜੰਬਾ ਸਾਹਿਬ ਦੀ ਕਿ ਮਿਰਜ਼ਾ ਬਸ਼ੀਰੁਦੀਨ ਮਹਿਮੂਦ ਇਹ ਸੀ, ਮਿਰਜ਼ਾ ਬਸ਼ੀਰੁਦੀਨ ਮਹਿਮੂਦ ਉਹ ਸੀ, ਮਿਰਜ਼ਾ ਤਾਹਿਰ ਇਹ ਸੀ, ਫਲਾਣਾ ਇਹ ਸੀ। ਅੱਛਾ, ਇਹ ਮਤਲਬ ਸਾਰੇ ਬਦਕਿਰਦਾਰ ਸਨ ਬਕੌਲ ਤੁਹਾਡੇ। ਮੇਰਾ ਹਮਨੇ ਕਰਨਾ ਕਿ ਇੱਕ ਤਾਂ ਤੁਸੀਂ ਮੁਸੀਬਤ ਨੂੰ ਮੰਨਦੇ ਹੋ ਕਿ ਬੜਾ ਸੱਚਾ ਤੇ ਬੜਾ ਪੱਕੀਦਾਰ ਤੇ ਬੜਾ ਮੁਕਾਮ ਸੀ ਉਹਨਾਂ ਦਾ, ਤੇ ਉਹ ਬੰਦਾ ਜਿਹੜਾ ਇੰਨਾ ਮੁਕਾਮ ਸੀ ਜਿਹਨੇ ਰੋ ਕੇ ਖੁਦਾ ਕੋਲ ਦੁਆਵਾਂ ਕੀਤੀਆਂ ਕਿ ਮੇਰੀ ਔਲਾਦ ਜਿਹੜੀ ਉਹ ਨੇਕ ਹੋਏ, ਪਾਸਾ ਹੈ, ਜੋ ਇੱਕ ਖਰਾਬ ਹੋ ਗਿਆ, 2 ਖਰਾਬ ਹੋ ਗਿਆ, 3 ਖਰਾਬ ਹੋ ਗਿਆ, ਉਹ ਕੋਈ ਨਹੀਂ ਮਤਲਬ ਐਸਾ ਹੁੰਦਾ ਕਿ ਜਿਹਨੂੰ ਅਸੀਂ ਸਾਹਮਣੇ ਪੇਸ਼ ਕਰ ਸਕਦੇ ਕਿ ਵੇਖੋ ਜੀ ਮੇਰੇ ਸਾਥੀਆਂ ਪੇਸ਼ ਹੋਈਆਂ ਜਿਹੜੀਆਂ ਪੂਰੀਆਂ ਹੋਈਆਂ। ਇੱਕ ਮਤਲਬ ਜਿੰਨੀ ਜੰਬਾ ਸਾਹਿਬ ਦੀ ਜਿੰਨੀ ਹੈ ਅਪਰੋਚ ਉਹ ਨੈਗੇਟਿਵ ਹੈ।
ਉਹ ਅਪਰੋਚ ਉਹਨਾਂ ਦੀ ਇਹ ਹੈ ਕਿ ਜੀ ਮਿਰਜ਼ਾ ਸਾਹਿਬ ਦਾ ਪੂਰਾ ਖਾਨਦਾਨ, ਉਹਦੀ ਪੂਰੀ ਔਲਾਦ ਜਿਹੜੀ ਹੈ ਉਹਨਾਂ ਦਾ ਦਰਗਾਹ ਹੋ ਗਈ, ਉਹਦੇ ਵਿੱਚ ਚਾਹੇ ਕੋਲੇ ਸੀ, ਫਲਾਣੇ ਕੋਲੇ ਸੀ। ਇਸ ਵਾਸਤੇ ਲੇਕਿਨ ਅਗਰ ਨਾਉਜ਼ ਬਿल्ला मिन ज़ालिका, नाउज़ बिल्ला मिन ज़ालिका, अगर ये मन भी ना जाए जो ये कहते हैं तो उन्होंने जंबे साहब की कितों तस्दीक साबित हो गई। उन्होंने तो मतलब एक गल है कि जी मैं सजदे विच गया तो मैनूं मैं जो तुहानूं पुछ रहा कि उन्होंने इल्जामात कितने ने, उन्होंने इल्जामात कितने ने, उन्होंने कोई मतलब कोई किताबचा कोई मतलब ऐसी जिवें कह सकीए या कबूलियत आमा होए 20 साल ਦੇ ਵਿੱਚ ਉਹਨਾਂ ਦੇ ਟ੍ਰੇਸ ਕਿਤੋਂ ਗਿਆ ਵਕਤ ਜੋ ਆਏ ਤੇ ਮੈਂ ਤੁਹਾਡੇ ਕੋਲ ਮੰਗੀ ਕਿਤਾਬ ਕਿਉਂ ਕਹਿੰਦੇ ਬੱਚੇ ਦੇ ਉਲੂਮ ਦੇ ਜ਼ਾਹਿਰ ਦੀ ਬਾਤ ਹੈ ਜੋ ਤੁਰ ਕਿਆ ਜਾਏਗਾ। ਉਸ ਬੰਦੇ ਨੇ ਤੇ ਵੀ ਜਿਹਦਾ ਤਫਸੀਰ ਕਬੀਰ ਦੀ ਅੰਦਰ ਸਿੱਖਿਆ, ਉਸ ਬੰਦੇ ਨੇ ਤਵਾਦਮ ਕੀਤੇ, ਉਹਨੇ ਤਕਾਦੀਰ ਕੀਤੀਆਂ, ਉਹ ਉਲੂਮ ਜ਼ਾਹਿਰ ਤੌਰ ਤੇ ਪੂਰੇ ਹੋਏ। एक मिनट देखो, ਜ਼ਾਹਿਰੀ ਤਾਂ ਪੂਰੇ ਹੋਏ ਜਾਂ ਨਾ ਹੋਏ ਬਾਤ ਦੀ ਗੱਲ ਹੈਗੀ ਹੈ। ਅਸਲ ਤੇ ਗੱਲ ਸਿਰਫ ਆਗਾ ਸਾਹਿਬ ਇੱਕ ਮਿੰਟ ਦਾ ਇੱਥੇ ਦੋ ਚਾਰ ਰੁਕੋ। ਖਲੀਫਾ ਸਾਨੀ ਸਾਹਿਬ ਨੇ ਅਹਿਮਦੀਅਤ ਦੇ ਅੰਦਰ ਜੋ ਮਗਾਜ਼ਲਾ ਪੈਦਾ ਕੀਤਾ ਲੋਕਾਂ ਨੂੰ ਦੱਸ ਕੇ ਕਿ ਜੀ ਉਹਦੀ 52 ਕੁਆਲਿਟੀਜ਼ ਹੋਣਗੀਆਂ ਔਰ ਇਹ ਹੋਏਗਾ ਔਰ ਉਹ ਹੋਏਗਾ, ਉਹਦੇ ਫਿਰ 52 ਕੁਆਲਿਟੀਜ਼ ਹੋਣਗੀਆਂ ਮੁਸਲਿਮ ਮੌਤ ਦੇ ਬਾਰੇ ਵਿੱਚ। ਉਹ ਮੈਂ ਕਹਿਣਾ ਚਾਹ ਰਿਹਾ ਸਾਂ ਕਿ ਜੋ ਤੁਸੀਂ ਕਹਿੰਦੇ ਨੇ ਕਿ ਤਫਸੀਰ ਕਬੀਰ ਲਿਖੀ, ਜਮਾਤਾਂ ਕਾਇਮ ਕੀਤੀਆਂ, ਮਰਕਜ਼ ਕਾਇਮ ਕੀਤੇ, ਜਮਾਤ ਵੱਡੀ ਹੋ ਗਈ ਸਾਰੀ, ਇਹ ਸਾਰਾ ਉਹਨਾਂ ਦੇ ਉੱਤੇ ਸੁਣ ਤੇ ਲਓ ਨਾ ਗੱਲ ਇੱਕ ਮਿੰਟ, ਇਹ ਸਾਰਾ ਉਹਨਾਂ ਦੇ ਉੱਤੇ ਭੂਤ ਸਵਾਰ ਸੀ ਕਿ ਉਹਨਾਂ ਨੇ ਦਾਅਵਾ ਕਰਨਾ ਸੀ ਮੁਸਲਿਮ ਮੌਤ ਦਾ। ਉਹ ਖੁਦਾ ਨੂੰ ਪਤਾ ਸੀ ਕਿ ਮੈਂ ਜਿਹਨੂੰ ਮੁਸਲਿਮ ਮੌਤ ਬਣਾਉਣਾ ਹੈ, ਜਦੋਂ ਉਹਨੇ ਆਉਣਾ ਹੈ ਤੇ ਉਹਨੂੰ ਕਿਹੜਾ ਇਲਮ ਦੇਣਾ ਹੈਗਾ। ਅਸਲ ਤੇ ਦੁਨੀਆ ਵਿੱਚ ਆਉਣ ਦਾ ਮਕਸਦ ਜੋ ਕੀ ਹੁੰਦਾ ਹੈ ਕਿ ਖੁਦਾ ਤਾਲਾ ਨੂੰ ਪਹਿਚਾਨਾ ਕਿ ਖੁਦਾ ਤਾਲਾ ਕੌਣ ਹੈਗਾ ਔਰ ਖੁਦਾ ਤਾਲਾ ਅਸਲ ਕੀ ਹੈਗਾ। ਉਹ ਖੁਦਾ ਤੱਕ ਪਹੁੰਚਣਾ ਜੋ ਸਭ ਤੋਂ ਵੱਡੀ ਦੁਨੀਆ ਵਿੱਚ ਆਉਣ ਦੀ ਕਾਮਯਾਬੀ ਹੁੰਦੀ ਹੈ ਕਿ ਲੋਕ ਖੁਦਾ ਤੱਕ ਪਹੁੰਚ ਸਕਣ। ਅਗਰ ਮੈਂ ਕਹਿ ਰਿਹਾ ਕਿੰਨੇ ਪਹੁੰਚ ਗਏ ਬਈ ਦੇਖੋ ਅਸੀਂ ਤੇ ਇਹ ਸਮਝਦੇ ਹਾਂ ਕਿ ਅੱਜ ਖੁਦਾ ਦਾ ਜੋ ਦੀਦਾਰ ਕਰ ਰਹੇ ਹਾਂ ਔਰ ਨਜ਼ਾਰਾ ਦੇਖ ਰਹੇ ਹਾਂ ਅੱਲਾ ਨੂੰ ਆਪਣੀ ਅੱਖਾਂ ਦੇ ਨਾਲ, ਇਹ ਜਮਾਤ ਦੀ ਹਾਲਤ ਦੇਖ ਕੇ ਕਿ ਦੇਖੋ ਕਿੱਥੇ ਫਸ ਗਈ ਹੈਗੀ ਹੈ ਕਿ ਖੁਦਾ ਦੀ ਜ਼ਾਤ ਉੱਤੇ ਇਨਕਾਰ ਮਤਲਬ ਕਿ ਵਜੂਦ ਉੱਤੇ ਈਮਾਨ ਹੀ ਨਹੀਂ ਹੈਗਾ। और पेशगोई के अल्फाज भी एफिसन और वो जो खुदा की किताब और उसके रसूल को तकजीब की निगाह देखते हैं। मेरे अकीदे नहीं, मिर्जा साहब की उस इल्हामी वही असर है खुदा ला पैगाम, और वो जो खुदा और उसके रसूल को तकजीब की निगाह से देखते हैं। क्यों तकजीब की निगाह देखना चाहते हो कि तुहानू मंजूर ही नहीं है जम्मा साहब, ਤੁਸੀਂ ਮਨਜ਼ੂਰ ਹੀ ਨਹੀਂ। ਦੇਖੋ ਖੁਦਾ ਬਿਹਤਰ ਜਾਣਦਾ ਸੀ ਨਾ ਕਿ ਅੱਲਾਹ ਤਾਲਾ ਨੇ पेशगोई ਵਿੱਚ ਇਹ ਨਹੀਂ ਕਿਹਾ ਸੀ ਕਿ मैं किया ਸੀ कि हम उसमें अपनी रूह डालेंगे और खुदा का साया उसके सर पर होगा। भाई ਉਹਦੇ ਸੇ ਅੱਲਾਹ ਨੇ ਫਰਮਾਇਆ ਸੀ ਨਾ कान अल्लाह नज़र मेरा समाए कि इंज होएगा कि जैसे खुदा आसमान से उतर आएगा। खुदा का नाम मन किथों डिगे हो किथे जे मोहम्मद रसूलुल्लाह नहीं मदर तो कोई भी नहीं मदर समझे जी। जे मोहम्मद रसूलुल्लाह मजरियत जेडी है कोई फायदामंद नहीं, कोई सूदमंद नहीं, तो उन किसी की भी नहीं। मिर्जा साहब ने दुनिया में काम करके दिखाया, 40 किताबें लिखिया ने, आर्या ने मुसलमान किते, सिखा तो मुसलमान किते, हिंदुआ तो मुसलमान किते, ईसाइया तो मुसलमान किते, ਜੰਬਾ ਸਾਹਿਬ ਅਸੇ ਜੋ ਖੁਦਾ ਨੇ ਕਿਹਾ ਸੀ ਉਹ ਜੋ ਨੇਕ ਰੂਹਾਂ ਇਕੱਠੀਆਂ ਕੀਤੀਆਂ ਮਿਰਜ਼ਾ ਸਾਹਿਬ ਨੇ, ਉਹ ਸੁਣ ਤੇ ਲੋ ਨਾ ਗੱਲ ਇੱਕ ਮਿੰਟ ਅਸੇ, ਉਹ ਨੇਕ ਰੂਹਾਂ ਜੋ ਇਕੱਠੀਆਂ ਕੀਤੀਆਂ ਇਸਲਾਮ अहमदियत के अंदर उन्होंने आजमाइश से अल्लाह ने फरमाया और वो जो कब्रों में दबे पड़े हैं बाहर आवे और कलाम अल्लाह है हूँ ये जो कब्रों तो जो बैठे है वो निकलने बाहर तैयार नहीं आगे। बिल्कुल कब्र में आ गए हो देखो बंदा कल्ला ही काफी है। जंबा साहब कल्ले भी काफी ने तमाम आलम इस्लाम से देख लिया था क्योंकि पूजा करते जो तुम इतराज अहमदियत करते हो
ਜਦੋਂ ਅਸੀਂ ਕਹਿੰਦੇ ਹਾਂ ਕਿ ਮਤਲਬ ਸਿੱਧੀ ਗੱਲ ਇਹ ਹੈ ਕਿ ਆਪਣਾ ਜੋ खुदा ने, मैं एक मजमून भी लिखा रहते कि खुदा ने जो मकबूल बेगाई ने कुरान तो कुरान किन्हों कहना कि बंदे मकबूल बेगाई ने, कुरान किन्हों कहना कि बंदे रब दे दरगाह ने, समझे? कुरान कर दो मतलब सारा अल्लाह ने सब तो बड़ी जिंदगी है तस्दीक जो हो जाए। मैं कहना कि तुसी हर गल जी है मतलब जो आते हो जे कहते हो तुसी मजहब अलूहियत बना दिता, समझे अपना जमा साहब नूं, तो अल्लाह ताला कहते थोड़े अकायद जिहड़े ने वो सही होण खुदा दे नजदीक, मेरे नजदीक तो सही नहीं। अगर मेरे नजदीक सही होण तो मैं मानदा, मैं मतलब मेरे नजदीक सही नहीं, लेकिन जब तुम कहते हो कि जी तू उन्हें झूठा कहो, मैं तो अपनी जवाब नहीं रोकना कि कतन किसे बताइए नबूवत या बताइए रसालत या बताइए ममूरियत के मुकाबले थे तो मरदास सरकशी का तकसीर का रवैया इख्तियार नहीं करना चाहिए। अगर थोड़ी गल समझ नहीं आती तो खामोशी इख्तियार करो। पावक के अल्लाह ताला और इस लाकत जी दुनिया से अदा कर दे और थोड़ी समझ आ जाए। मैं हूं भी कहना कि मेरा ईमान यह है कि अगर जमा साहब ने अल्लाह ने तो वो जन्नत चलना चाहते, नहीं तो उन्होंने तस्दीक वादे नहीं हुई। मैं तो समझना कि तबीलात ने जमा साहब की उन्होंने की पैदावार है और वो पूरी जानकारी ना ही बयान कर रहा है। मैं तो कहना को बदयाती ना मैं मतलब ना तो बहावदा साहब तक भी नहीं है कहता कि बहावदा ने जो कोई दनीसा झूठ बोल के ਤੇ ਉਹਨਾਂ ਨੇ ਮਤਲਬ ਇਹ ਦਾਵਾ ਕੀਤਾ ਸੀ। ਉਹਨਾਂ ਦੇ ਜੋ ਉਹਨਾਂ ਦੀ ਜ਼ਰੂਰੀ ਕਫੀਅਤ ਸੀ ਮੇਰੇ ਕੋਲ ਉਹਨਾਂ ਦੀ ਕਿਤਾਬ ਵੀ ਕਾਨ ਨਹੀਂ ਹੈ, ਬਿਆਨ ਨਹੀਂ ਹੈ, ਸਮਝਦਾ ਉਹ ਪੜ੍ਹਿਆ मतलब मैं समझना को वाकई बंदा है समझदा ही कि मैं मेरा बंदा और इस्लाम का जो दौर खत्म हो चुका है, मेरा दौर जो शुरू है और ये तो वो वास्ते उन्हें कुर्बानी की मारा खा दिया सब कुछ किया वो थोड़ी कोई निस्बत ही नहीं ना तू चाहे कोई 100 200 300 हो गए नहीं। देखो गल है नहीं, गल हैगी है कि तादाद किसी की सदाकत की दलील नहीं होंदी। अगर साहब एक मिनट सुन लो, एक मिनट दूसरी गल ऐसी कि तुसी एक पॉइंट रेज किया सी कि क्या कि जंबा साहब मिर्जा साहब के तमाम खानदान के अंदर लोगों को अपना मतलब कि वो बदकार उस तरह कहते हैं। देखो खलीफा सानी ने गलत दावा करके इस्लाम अहमदियत की तालीम का बेड़ागर किया और वो एक मिनट सुन मेरी मैं गल मुकम्मल कर लवां। वो तो बेसिकली वो खुदा ताला ने फिर उन्होंने उत्ते कातलाना हमला होया और फिर उन्होंने दी शरह कट्टी गई, कुरान मोहर लगा दी थी उधर दी अपना झूठे होंदे थे। मैं गल मेरी गल मुकम्मल होंदे मेरे पॉइंट पर लान दो, मेरी पॉइंट पर लान दो। जंबा साहब ने उसके बाद जो अल्लाह ताला ने उन्होंने मामूर किया फिर उन्होंने अपना दावा उस जमात के अंदर उस अमीर के अगे पेश किया रसूल सल्लल्लाहु अलैहि वसल्लम की उस हदीस के मुताबिक कि क्या हाल होगा तुम्हारा जब तुम्हारा इमाम तुम में उस क्या हाल होगा तुम्हारा जब ईसा इब्ने मरियम नाजिल होगा तुम्हारा इमाम तुम नहीं होगा। मेरी सुन लो गल और मेरी गल सुन लो एक मिनट ऐसे आका साहब कि वो इमाम जो सी वो मिर्जा गुलाम अहमद कादियानी अलैहिस्सलाम दे खानदान दे विच मिर्जा ताहिर अहमद की गल कर रहे हैं। उस इमाम की यह हालत सी उस ओदे गरूर और तकबर दी कि जो खुदा ताला ने कहा कि तुसी मैं कहना ना वो दावा पेश किया कि मैनू खुदा ने दसिया गया कि मैं मुझसे मौत की पेशगोई मुस्ताक हैगा, ठीक है। और जिस तरह इबलीस ने सजदे तो इनकार किया सी इसी तरह जंबा साहब की सदाकत के उत्ते जो खुदा ने पैगाम दिता कि जाके इनू अमीर नू पैगाम दे जाके कि मैं खुदा ने मैनू मामूर किया है, उसने भी इबलीस वाली सूरत इख्तियार की। जंबा साहब इस वजह इन्होंने बुरा भला कहते हैं ये खुदा ताला ने मोहर लगा दी थी मिर्जा खानदान के उत्ते। ਜਦੋਂ ਜੱਬਾ ਸਾਹਿਬ ਤੇ ਜਵਾਬ ਦੇਣ ਦੇ ਬਾਅਦ ਜਿਹੜੇ ਮਤਲਬ ਲਾਪਰਵਾਹੀ ਆ ਨੈਗਲੀਜੈਂਸੀ ਦੇ ਬੰਦੇ ਜਦੋਂ ਇਤਰਾਜ਼ ਕਰਦੇ ਨੇ ਮੇਰਾ ਮਾਨਾ ਤਾਂ ਤੁਸੀਂ ਕਹਿੰਦੇ ਹੋ ਕਿ ਯਜ਼ੀਦੀ ਨੇ ਪਨੀਤ ਨੇ ਫਾਨੇ ਨੇ ਇਹ ਟਿੰਗਰੇ ਨੇ। ਜਦੋਂ ਤੁਸੀਂ ਸ਼ਖਸੀ ਇਤਰਾਜ਼ਾਤ ਕਰਦੇ ਹੋ ਤੇ ਫਿਰ ਜੱਬਾ ਸਾਹਿਬ ਦੇ ਸ਼ਖਸੀ ਇਤਰਾਜ਼ਾਤ ਹੋਣੇ ਝੂਠੇ ਹੁੰਦੇ ਨੇ ਜਾਂ ਸੱਚੇ ਹੁੰਦੇ ਨੇ ਤਾਂ ਜਿਹਦੇ ਉਹਨੇ ਮੈਂ ਕਹਿੰਦੇ ਆਓ ਜੀ ਜਜਮੈਂਟ ਕਰ ਦਿਓ ਜਿਵੇਂ ਦੇਜਾ ਸਾਹਿਬ ਕਰਦੇ जंबा साहब कहते हैं मेरे घर वाले तो पता कर लो ना भी फिर वाले आ मेरा मतलब मुझे पता है कि जंबा साहब को फिर के जंबा साहब जरूर तेरा है सुलेमान वो मेरा कह रहा यार है वो लैके आया सी मेरे को कि मैं मुस्लिम माउंटी पेश हुई थी किताब लिखी है तो कर मैं पढ़ा लै जा मतलब ये तू अपने जरूर सुनते जंबा साहब
ਉਹ ਇਹਦੇ ਤੇ ਜਵਾਬ ਦੇਣ ਤੈਨੂੰ। ਮੈਂ ਤੇ ਇਹਦੇ ਤੇ ਨਾ ਬਹਿਸ ਕਰਨਾ ਤੇ ਨਾ ਆਉਣਾ। ਉਹ ਵੀ ਆਪਣੇ ਆਪ ਨੂੰ ਦਰਵੇਸ਼ ਸਮਝਦਾ ਹੈ ਕਿ ਮੈਂ ਬੜਾ ਇਹਨਾਂ ਬਿਲਕੁਲ ਹਮਸਦਫ ਹੈ ਮੁਸਤਕਾਲ ਸੁਲੇਮਾਨ। ਅੱਛਾ कहते हैं कि मैं कहना कि अगर तेनू जरूर समझ आ गई है कि जम्मा साहब उस पेश हुई थे मुस्ताक में तो ठीक है अलहमदुलिल्लाह तेन समझ आ गई तू मान लिया। लेकिन अपनी जुबान में रोको। ਉਹਦੇ ਨਾਲ ਨਸੀਬ ਮੌਤ ਦੀ ਤੋਹੀਨ ਹੁੰਦੀ ਹੈ। ਉਹ ਕਹਿੰਦੇ ਮਸੀਹ ਮੌਤ ਦੀ ਤੋਹੀਨ ਤੇ ਅਸਲ ਤੇ ਤੁਸੀਂ ਆਪ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਨੂੰ ਨਬੀ ਮੰਨਣਾ ਉਹਨਾਂ ਦੇ ਮੁਕਾਲਮਾ ਮੁਖਾਤਬਾ ਲਾਈਆ ਲੇਕਿਨ ਉਹ ਤੇ ਈਮਾਨ ਨਹੀਂ ਰੱਖਦੇ। ਜਦੋਂ ਅਸੀਂ ਉਹ ਪੁਆਇੰਟ ਹਾਈਲਾਈਟ ਕਰਨੇ ਆ ਤੇ ਤੁਸੀਂ ਮਿਰਜ਼ਾ ਸਾਹਿਬ ਨੂੰ ਜਿੰਨਾ ਨੁਕਸਾਨ ਅਹਿਮਦ ਕਾਦੀਆਨੀ ਅਹਿਮਦੀਅਤ ਨੇ ਪਹੁੰਚਾਇਆ ਹੈਗਾ ਕਿਸੇ ਨੇ ਨਹੀਂ ਪਹੁੰਚਾਇਆ। ਹੋਰ ਜਿਨ੍ਹਾਂ ਨੇ ਫਾਇਦੇ ਉਠਾਏ ਅਹਿਮਦੀਅਤ ਤੋਂ ਉਹ ਤੇ ਮਾਂ ਰੱਖਦੇ ਨੇ। ਤੇ ਮੈਂ ਜਿਹਦੀ ਪੂਰੀ ਜ਼ਿੰਦਗੀ 80 ਸਾਲ गुजर गई है कुर्बानी दे रहा रिश्तेदार छे भैन भरा छे जायदाद छी मेरा मतलब दाल बदान धक्के खाते 3 दफा लुटिया गया। और मैं जरा मेरे मतलब तुम कहते हो कि मैं नसीब मौत हूँ इलाम नहीं मानता सिर्फ इस वास्ते कि मैं जंबा साहब की तवील नहीं मानता। नहीं कुरान दी तवील दी जंबा साहब दी नहीं कुरान दी तवील कुरान दे उत्ते नहीं मानते है। जंबा मिर्जा साहब कहते हैं कि मेरी जो वही इल्हाम है मैं उत्ते उन्ना ही ईमान रखना जिस कुरान दे उत्ते। तो मिर्जा साहब की वही का मुकाम कुरान का मुकाम है जी। साहब जब मैं उन्होंने सच्चा मानना तो उन्होंने इलाहाबाद में भी सच्चा मानना उन्होंने पेशगोई में भी सच्चा मानना मेरी समझ आए या ना आए मैं उन्होंने पेशगोई को सच्चा मानना। मैं तो बार बार ये कह रहा हूँ कि जंबा साहब की सदाकत मेरे से वादे नहीं मेरे ते उन्होंने मैं पढ़िया भी है गौर भी किया है उन्होंने खुतबे भी सुनता रही ना मैं समझे ये तो नहीं कि मैं रमलदा मैं बिल्कुल सुनना। लेकिन यानी तुसी इन्ना इश्तिहार मैनू दिलवांदे हो कि मैं कुछ जान के रिट्रोस्पेक्टिव तौर पर जम्मा साहब के इस किस्म के इतराज़ात करा मैं नहीं करता क्योंकि मेरा ईमान है कि को सादिक जी अगर ये दावेदार जरा बताइए ममूलियत जरा अपने दावे सच्चा है तो फिर याद दो कि जो कुछ हो पेशगियां कर रहा है तुझी उन्हें तकलीफ कर रहा है और तो स्वाद नहीं मैं ये को सादिकन यूसुफ बाद अल्लाह दी आए तो वो ये को काज़िब बन फदा है काज़िब अगर वो झूठा है तो झूठा है। हुन तुसी कहते हो कि जो उन्होंने कासिम का मुकदमा आया कुरान कहता है कि मैनू मतलब यूथियों थोड़ा की हाल है यक्तदून नबीयीन तुसी नबियां नू कत्ल कर दे रहे हो। हुन मैं की मना हुन मैं इत्तेहाद फिर तुसी फिर गल मिस कर ਦਿੱਤੀ खलीफा सानी के उत्ते जो उन्होंने शरह जो कटी कुरान मजीद की आयत के मुताबिक किसी भी पहले ऐसा कोई नहीं मेरी गल तुसी आगा साहब एक मिनट रुक जाओ इत्थे जरा एक मिनट देखो मेरी नहीं तुसी उत्ते रुकना पेगा तुहानू उत्ते तुसी इस मेरा पॉइंट ऑफ व्यू लैके जाओ अगे कि इस कुरान की आयत के मुताबिक वो तमाम नबी जो शहीद होए खुदा की राह विच उस मौके ते शहादत उन्होंने पाई। उन्होंने 10 साल अजियत नहीं अपना उन्होंने कटी अपनी उन्होंने अपने उस जालिमाना जो उन्होंने जो अपना हमला होया सी उहदे हमले के बाद उन्होंने 10 साल अपने मग दे वजह एड़ियां रगड़ करके गुजारिया ना टट्टी पखाना पेशाब के मोहताज रहे। ठीक है ए अजाब सी खुदा दा ए उन्हां दा मुकाबला नहीं कर सकते अगे वो आयत है ਕਿਹੜੇ ਮਸੀਹ ਦੇ ਨਾਲ ਨਹੀਂ ਮਸੀਹ ਹਜ਼ਰਤ ਮਸੀਹ ਨਾਸਰੀ ਦੇ ਨਾਲ ਤੇ ਨਾ ਉਹ ਸਲੀਬ ਤੇ ਮਾਰਿਆ ਗਿਆ ਨਾ ਉਹਨੂੰ ਕਤਲ ਕੀਤਾ ਗਿਆ ਸੀ। ਠੀਕ ਹੈ ਮਤਲਬ ਤਜ਼ਲੀਲ ਦੀ ਗੱਲ ਹੀ ਨਹੀਂ ਹੋ ਰਹੀ ਇਸ ਗੱਲ ਦੇ ਅੰਦਰ। ਇਹਦੇ ਤੋਂ ਜੋ ਆਇਤ ਪੇਸ਼ ਕੀਤੀ ਹੈਗੀ ਹੈ ਉਹ ਸ਼ਹਾਦਤ ਉਹਨਾਂ ਨੂੰ ਮੁਕਾਮ ਮਿਲਿਆ ਗਿਆ ਸੀ। महमूद जरा है जिन्होंने अल्लाह तआला ने हर किस्म की सूरत दी दिता हर लिहाज नाल वो बीमार होया ते ओदी तजलील हो गई ते मसीह मसीह नासरी नऊज़ बिन ज़ालिका इन्नियां अज़ीज़ां दित्तियां गईयां कदे दा हाल बनाया गया मैं मारिया कुटिया गया देखा गया हर नबी दे नाल होया गया हर नबी दे नाल होया रसूलुल्लाह सल्लल्लाहु अलैहि वसल्लम ने उन्हें अज़ियत दी गई है किसी कोई भी ऐसा नबी मुस्लिम नहीं आया जिन्हों बेसिकली ओदी शरह कटी गई होए और 10 साल मर गए अपना वो मैं रसूलुल्लाह तो ते रखो ना मेरा मतलब उन्होंने तो जिन्होंने रसूलुल्लाह नाम से दावा किया ना उन्होंने लियाओ
संडे और जम्मा साहब भी होंगे ने, मसीह माउद भी होंगे ने, बिचे बिचे तीन भी होंगे ने। उनसे तुझे ये कह दो कि ये तजदीद की चीज जम्मा साहब की तजदीद एक ही है कि मिर्जा बिशरुद्दीन महमूद जरा सी वो मुस्लिम माउद नहीं सी, मुस्लिम माउद में आ मसीह माउद को गलतियां लगियां और ना दो करार दिते ना और एक ही सन मसीह माउद ने फलानी गलती लगी और तबील है और ये तबील है। मतलब कभी आपने भी गौर किया जिन्हें दावे मतलब मैं जब तो उनका सी कि जो कर शादी लड़की में हो जाएगा निकाह ये हो जाएगा वो हो जाएगा और रेडी होकर मेरे को आ जाएगी दवा होकर आ जाएगी और तो कभी ना ही लिया चुप बिल्कुल कभी। मेरे ख्याल से आगा साहब ਤੁਹਾਨੂੰ ਦੋ ਮੈਂ ਗੱਲਾਂ ਕਰਕੇ ਗੱਲ ਰੋਕ ਦਵਾਂਗਾ ਆਪਣੀ। ਨੰਬਰ 1 ਕਿ ਜੰਬਾ ਸਾਹਿਬ ਦੀ ਸਦਾਕਤ ਨੂੰ ਪਰਖਣ ਵਾਸਤੇ ਮਿਰਜ਼ਾ ਸਾਹਿਬ ਦੀ ਸਦਾਕਤ ਦਾ ਜੋ ਮਿਆਰ ਸੀ ਨਾ ਕਿਸੇ ਮਾਮੂਰ ਨੂੰ ਪਰਖਣ ਵਾਸਤੇ ਉਹ ਤੁਹਾਨੂੰ ਦੇਖਣਾ ਪਏਗਾ। ਮਿਸਾਲ ਦੇ ਤੌਰ ਤੇ ਉਹਨਾਂ ਨੇ ਆਪਣਾ ਦਾਵਾ ਮਾਮੂਰੀਅਤ ਦੇ ਬਾਅਦ 23 ਸਾਲ ਦਾ ਹਿੱਸਾ ਤੇ 23 ਸਾਲ ਦਾ ਅਰਸਾ ਪਾਇਆ। ਨੰਬਰ 1 ਇੱਕ ਮਿੰਟ ਮੈਂ ਗੱਲ ਕਰ ਲਵਾਂ ਆਗਾ ਸਾਹਿਬ, ਇਹ ਜੰਬਾ ਸਾਹਿਬ ਦੀ ਸਦਾਕਤ ਦੇ ਉੱਤੇ ਬਹੁਤ ਵੱਡੀ ਦਲੀਲ ਹੈਗੀ ਹੈ। ਤੁਸੀਂ ਜੰਬਾ ਸਾਹਿਬ ਦੀ ਇਸ ਦਲੀਲ ਦਾ ਇਨਕਾਰ, ਤੁਸੀਂ ਕੁਰਾਨ ਦਾ ਇਨਕਾਰ, ਤੁਸੀਂ ਮਿਰਜ਼ਾ ਸਾਹਿਬ ਦੀ ਤਾਲੀਮ ਦਾ ਇਨਕਾਰ ਕਰਦੇ ਹੈਗੇ ਹੋ। जमा साहब का इनकार, मसीह माउद का इनकार, रसूलुल्लाह का इनकार, छोटियां नमाज़ां की खूह खाते विच जंबा साहब ਨੂੰ ਮੰਨ ਲਓ ਕਿ ਜਿਨ੍ਹਾਂ ਦੇ ਪਿੱਛੇ ਵੀ ਮੈਂ ਇਨਕਾਰ ਦੀ ਗੱਲ ਕਰ ਰਿਹਾ ਕਿ ਮਿਰਜ਼ਾ ਸਾਹਿਬ ਦੇ ਉੱਤੇ ਅਗਰ ਤੁਹਾਡਾ ਈਮਾਨ ਹੈ ਤੇ ਉਹ ਇਹ ਪੇਸ਼ ਕਰਦੇ ਨੇ ਕਿ ਉਹ ਕੋਈ ਵੀ ਝੂਠਾ ਐਸਾ ਮਦਈ ਜੋ ਖੁਦਾ ਤਾਲਾ ਦੇ ਉੱਤੇ ਇਫਤਰਾ ਕਰੇ ਔਰ 23 ਸਾਲ ਦਾ ਅਰਸਾ ਨਹੀਂ ਪਾ ਸਕਦਾ ਹੈਗਾ। ਜੰਬਾ ਸਾਹਿਬ ਨੇ ਐਸਾ ਪਾਇਆ, ਇਸ ਤਾਕਤ ਦੇ ਉੱਤੇ ਪਹਿਲੀ ਮੋਹਰ ਲੱਗਦੀ ਹੈ। ਦੂਸਰੀ ਗੱਲ ਉਹਨਾਂ ਦੀ ਸਦਾਕਤ ਦੀ ਕੀ ਹੈਗੀ ਸੀ, ਉਹਨਾਂ ਨੇ ਆ ਕੇ ਸਾਬਿਤ ਕੀਤਾ ਕਿ ਆਉਣ ਵਾਲਾ ਮੁਸਲਿਮ ਮੌਦ ਜੋ ਹੈਗਾ ਸੀ, ਠੀਕ ਹੈ, ਅਸਲ ਤੇ ਉਹ ਮੁਸਲਿਮ ਮੌਦ ਨਹੀਂ, ਉਹ ਈਸਾ ਇਬਨ ਮਰੀਮ ਹੈਗਾ। ਈਸਾ ਇਬਨ ਮਰੀਮ ਸੀ ਜਿਹਦੇ ਬਾਰੇ ਤੇ ਰਸੂਲੁल्लाह सल्लल्लाहु अलैहि वसल्लम ने ਖਬਰ ਦਿੱਤੀ ਹੈਗੀ ਸੀ। ਮਿਰਜ਼ਾ ਸਾਹਿਬ ਦੇ ਨਾਂ ਤੇ ਦੁਕਾਨ ਤੇ ਚਮਕਾਉਣਾ ਚਾਹੁੰਦੇ ਨੇ, ਲੇਕਿਨ ਮਿਰਜ਼ਾ ਸਾਹਿਬ ਨੂੰ ਕਹਿੰਦੇ ਨੇ ਕਿ ਉਹਨੂੰ ਇਹ ਵੀ ਗਲਤੀ ਲੱਗੀ, ਉਹਨੂੰ ਇਹ ਵੀ ਗਲਤੀ ਲੱਗੀ, ਉਹਨੂੰ ਇਹ ਵੀ ਗਲਤੀ ਲੱਗੀ। ਮਿਰਜ਼ਾ ਸਾਹਿਬ ਨੂੰ ਖੁਦਾ ਤੇ ਨਹੀਂ ਸਨ ਨਾ ਕੋਈ। ਮਿਰਜ਼ਾ ਸਾਹਿਬ ਨੇ ਜੋ ਇੱਕ ਕਿਤਾਬ ਲਿਖੀ ਤੇ ਕਹਿੰਦੀ ਮੈਂ ਉਹਨੇ ਪਾਰਟੀ ਤੋਂ ਪੋਸਟ ਕੀਤਾ ਜਾਵੇ ਤੇ ਮਿਰਜ਼ਾ ਸਾਹਿਬ ਨੇ 86 ਕਿਤਾਬਾਂ ਲਿਖੀਆਂ, ਉਹਨਾਂ ਨੂੰ ਗਲਤੀ ਲੱਗੀ ਔਰ ਇਹ ਬਿਲਕੁਲ ਉਹਨਾਂ ਗਲਤੀਆਂ ਦੀ ਸਲਾਹ ਵਾਸਤੇ ਕਰਾ ਉਹ ਯਾਰ ਖੁਦਾ ਦਾ ਖੌਫ ਕਰੋ ਕੁਛ ਠੀਕ ਹੈ। ਰੱਬ ਰੱਖਾ ਅੱਛਾ ਮੈਨੂੰ ਐਡਰੈਸ ਭੇਜ ਦੇਣਾ, ਮੈਂ ਤੁਹਾਨੂੰ ਕਿਤਾਬ ਭੇਜ ਦੇਵਾਂਗਾ ਫਿਰ। ਖੁਦਾ